ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में उधत, जल केवल जल माही। जब हम होते तब तू नाही, अब तू ही मैं नाही। अनल अगम जैसे लहर में उधत, जल केवल जल माही। माधवे क्या कहिए भ्रम ऐसा, जैसा मानिय हुए न तैसा। रहाऊ नरपत एक सिंहासन सोया, सुपने भया भिखारी। अछत राज बिछरत दुख पाया, सोगत भई हमारी। राज व्यंग प्रसंग जैसे है, अब कछ मर्म जनाया। अनक कटक जैसे फूल परी, अब कहते कहन न आया। सर्वे एक अनेक स्वामी, सब कट भुगवै सोई। कह रविदास हाथ पै निरै, सहजे हुए सो होई। सर्वे एक अनेक स्वामी, सब कट भुगवै सोई। कह रविदास हाथ पै निरै, सहजे हुए सो होई। वाहिगुरु जी का खालसा, वाहिगुरु जी की फतेह। जुगो जुग अटल जबर शतर तख्त मालक सतगुरु गुरु ग्रंथ ਸਾਹਿਬ महाराज तिन्हां दी पावन पवित्र हजूरी अंदर सुभायमान गुरु प्यार वाले सत्संगी जनों वडभागे हो। सतगुरां दी पावन पवित्र हजूरी अंदर जुड़ के निता प्रति दी तरह पावन मुख वाक राही सतगुरु गुरु ग्रंथ ਸਾਹਿਬ महाराज जी पासों असीसां आप प्राप्त कर रहे हो।
ਸਤਿਗੁਰੂ ਜੀ ਤਰੁੱਠੇ ਨੇ ਅੱਜ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਸੋਠ ਰਾਗ ਦੇ ਅੰਦਰ ਪਾਵਨ ਬਚਨ, ਜੋ ਕਿ ਮੁਬਾਰਕ ਅੰਗ 657 ਅਤੇ 58 ਤੇ ਸੁਭਾਇਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਭਗਤ ਰਵਿਦਾਸ ਜੀ ਨੇ ਸੰਸਾਰ ਦੇ ਭੁਲੇਖਿਆਂ ਨੂੰ ਜਿਹੜਾ ਹੈ ਸਾਹਮਣੇ ਰੱਖਿਆ ਹੈ। ਕਿ ਸੰਸਾਰ ਪਰਮਾਤਮਾ ਤੋਂ ਕੋਈ ਵੱਖਰਾ ਨਹੀਂ ਹੈ। ਜੀਵ ਦੀ ਹੋਂਦ ਜਿਹੜੀ ਹੈ ਰੱਬ ਨਾਲੋਂ ਵੱਖਰੀ ਨਹੀਂ। ਕਹੋ ਕਬੀਰ ਹਮ ਰਾਮ ਕੀ ਅੰਸ਼। ਅਸੀਂ ਉਸ ਅਕਾਲ ਪੁਰਖ ਦੀ ਅੰਸ਼ ਵੰਸ਼ ਹਾਂ। ਉਹਨੇ ਭੇਜਿਆ ਸੰਸਾਰ ਤੇ, ਉਹਦੀ ਜੋਤ ਸਾਡੇ ਵਿੱਚ ਵਰਤ ਰਹੀ ਹੈ। ਤੇ ਜਦੋਂ ਮਨੁੱਖ ਮੈਂ ਮੇਰੀ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਇਹ ਦਾਅਵਾ ਕਰ ਬੈਠਦਾ ਹੈ ਕਿ ਨਹੀਂ ਮੈਂ ਵੱਖਰਾ ਹਾਂ, ਰੱਬ ਕੋਈ ਹੈ ਹੀ ਨਹੀਂ, ਦ੍ਰਿਸ਼ਟਮਾਨ ਨਹੀਂ ਦਿਖ ਰਹੀ ਛੈ, ਉਸ ਨੂੰ ਇਨਸਾਨ ਛੇਤੀ ਕੀਤਿਆਂ ਮੰਨਦਾ ਹੀ ਨਹੀਂ। ਜਿਸ ਕਰਕੇ ਮੈਂ ਮੇਰੀ ਦੇ ਵਿੱਚ ਫਸ ਕੇ ਫਿਰ ਐਸੀਆਂ ਬਾਤਾਂ ਕਰਦਾ ਹੈ ਕਿ ਅਕਾਲ ਪੁਰਖ ਦੀ ਹੋਂਦ ਨਹੀਂ ਹੈਗੀ, ਸੰਸਾਰ ਦੇ ਅੰਦਰ ਮੈਂ ਹੀ ਹਾਂ। ਇਹੋ ਹੀ ਦਾਅਵਾ ਹਰਨਾਕਸ਼ ਨੇ ਕੀਤਾ ਸੀ। ਭਗਤ ਪ੍ਰਹਿਲਾਦ ਜੀ ਨੂੰ ਜਦੋਂ ਕਿਹਾ ਕਿਹੜੇ ਰੱਬ ਨੂੰ ਚੇਤੇ ਕਰਦਾ ਹੈ, ਕਿੱਥੇ ਹੈ ਰੱਬ? ਤੇਰੇ ਸਾਹਮਣੇ ਜੋ ਮੌਜੂਦ ਹੈ ਤੇਰਾ ਪਿਤਾ ਹੀ ਤੇਰਾ ਰੱਬ ਹੈ, ਮੈਂ ਹੀ ਸਭ ਕੁਛ ਹਾਂ। ਪਰ ਜਿਨ੍ਹਾਂ ਨੂੰ ਭਰੋਸਾ, ਜਿਨ੍ਹਾਂ ਨੂੰ ਯਕੀਨ ਹੋਵੇ, ਉਹ ਕਹਿਣ ਲੱਗੇ ਨਹੀਂ ਭਾਈ ਤੂੰ ਰੱਬ ਨਹੀਂ। ਰੱਬ ਦਾ ਭੇਜਿਆ ਹੋਇਆ ਇੱਕ ਜੀਵ ਹੈ, ਸੰਸਾਰ ਦੇ ਅੰਦਰ ਆਇਆ ਹੈ। ਕੋਈ ਅਵਤਾਰ ਰੂਪ ਦੇ ਵਿੱਚ ਆਉਂਦਾ ਹੈ, ਕੋਈ ਆਮ ਇਨਸਾਨ ਦੇ ਰੂਪ ਦੇ ਵਿੱਚ, ਕੋਈ ਜੀਵ ਦੇ ਰੂਪ ਵਿੱਚ। ਪਰਮਾਤਮਾ ਸਰਬ ਸ਼ਕਤੀਮਾਨ ਹੈ, ਉਹਦੀ ਬਰਾਬਰਤਾ ਕਰਨ ਵਾਲਾ ਜਾਂ ਉਹਦੇ ਤੋਂ ਉੱਚਾ ਜਿਹੜਾ ਹੈ ਕੋਈ ਨਹੀਂ ਸੰਸਾਰ ਦੇ ਅੰਦਰ, ਸਭ ਨੀਵੇਂ। ਇਸੇ ਗੱਲ ਨੂੰ ਭਗਤ ਰਵਿਦਾਸ ਜੀ ਨੇ ਅੱਜ ਸਮਝਾਇਆ ਹੈ। ਭਲਿਓ, ਹੰਕਾਰ ਦੇ ਵਿੱਚ ਆ ਕੇ ਐਸੇ ਦਾਅਵੇ ਨਾ ਕਰੋ ਕਿ ਅਸੀਂ ਹੀ ਸਭ ਕੁਛ ਹਾਂ। ਭਗਤ ਜੀ ਕਹਿਣ ਲੱਗੇ ਆਪਾਂ ਕੁਛ ਵੀ ਨਹੀਂ। ਸਰਬ ਕਾਇਨਾਤ ਨੂੰ ਰਚਣ ਵਾਲਾ ਸਰਬ ਕਲਾ ਸੰਪੂਰਨ ਹੈ, ਤੇ ਉਹਦੇ ਸਾਹਮਣੇ ਅਸੀਂ ਐਸੇ ਦਾਅਵੇ ਕਰ ਰਹੇ ਹਾਂ। ਆਓ ਜਿਸ ਤਰੀਕੇ ਨਾਲ ਭਗਤ ਜੀ ਨੇ ਸਮਝਾਇਆ ਹੈ, ਪਾਵਨ ਵਿਚਾਰ ਦੀ ਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬ ਹਮ ਹੋਤੀ ਤਬ ਤੂੰ ਨਾਹੀਂ। ਇਹ ਸੱਚੀ ਗੱਲ ਹੈ। ਜਦੋਂ ਤੱਕ ਮੈਂ ਮੇਰੀ ਹਿਰਦੇ ਵਿੱਚ ਹੋਵੇਗੀ ਨਾ, ਈਗੋ ਹੋਵੇਗੀ, ਹੰਕਾਰ ਹੋਵੇਗਾ, ਰੱਬ ਦਾ ਨਿਵਾਸਾ ਹਿਰਦੇ ਵਿੱਚ ਨਹੀਂ ਹੁੰਦਾ। ਹੈ ਅੰਦਰ ਹੀ ਹੈ ਪਰ ਪ੍ਰਗਟ ਨਹੀਂ ਹੁੰਦਾ। ਜੀਵ ਦਾ ਹੰਕਾਰ ਹੀ ਪਰਮਾਤਮਾ ਨੂੰ ਪ੍ਰਗਟ ਨਹੀਂ ਹੋਣ ਦਿੰਦਾ। ਤੇ ਭਗਤ ਜੀ ਕਹਿਣ ਲੱਗੇ ਜਿੰਨਾ ਚਿਰ ਤੇ ਮੈਂ ਮੇਰੀ ਹੈ, ਉਹਨਾਂ ਚਿਰ ਤੂੰ ਨਹੀਂ ਹੈ। ਤੇਰੀ ਹੋਂਦ ਨੂੰ ਨਹੀਂ ਕੋਈ ਮੰਨੇਗਾ। ਅਬ ਤੂੰ ਹੀ ਮੈਂ ਨਾਹੀ। ਪਰ ਜਦੋਂ ਤੂੰ ਆ ਜਾਣਾ ਉਦੋਂ ਮੈਂ ਚਲੇ ਜਾਂਦੀ। ਇਹ ਨਿਸ਼ਾਨੀ
ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਪਰ ਜਿੱਥੇ ਤੂੰ ਹੈ ਉੱਥੇ ਫਿਰ ਮੈਂ ਨਹੀਂ ਰਹੀ। ਖਤਮ ਹੋ ਜਾਂਦੀ ਮੈਂ ਮੇਰੀ। ਅਨਲ ਅਗਮ ਜੈਸੀ ਲਹਿਰ ਮੈਂ ਉਧਤ, ਜਲ ਕੇਵਲ ਜਲ ਮਾਹੀ। ਭਗਤ ਜੀ ਕਹਿੰਦੇ ਜਿਵੇਂ ਸਮੁੰਦਰ ਵਿੱਚ ਤੂਫਾਨ ਆਇਆ ਹੋਵੇ ਤੇ ਉਸ ਤੂਫਾਨ ਦੇ ਨਾਲ ਸਮੁੰਦਰ ਦੇ ਵਿੱਚੋਂ ਹੀ ਲਹਿਰਾਂ ਬਣ ਕੇ ਉੱਚੀਆਂ ਉੱਚੀਆਂ ਉਛਾਲੇ ਮਾਰਨ, ਤੇ ਉਹ ਲਹਿਰਾਂ ਇਹ ਦਾਅਵਾ ਕਰਨ ਕਿ ਹੁਣ ਅਸੀਂ ਵੱਖਰੀਆਂ। ਪਰ ਭਗਤ ਜੀ ਕਹਿਣ ਲੱਗੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜੋ ਲਹਿਰਾਂ ਸਮੁੰਦਰ ਦੇ ਵਿੱਚੋਂ ਹੀ ਬਣੀਆਂ, ਕੋਈ ਸਮੁੰਦਰ ਤੋਂ ਵੱਖਰੀਆਂ ਨਹੀਂ। ਭਗਤ ਜੀ ਦਾ ਸਮਝਾਉਣ ਦਾ ਤਰੀਕਾ ਹੈ, ਭਾਈ ਇਹ ਸੰਸਾਰ ਜਿਹੜਾ ਸਮੁੱਚਾ ਹੈ ਨਾ, ਕਾਇਨਾਤ, ਇਹ ਲਹਿਰਾਂ ਦੀ ਤਰ੍ਹਾਂ ਸਮਝੋ। ਰੱਬ ਸਮੁੰਦਰ ਹੈ, ਅਸੀਂ ਸਾਰੇ ਲਹਿਰਾਂ ਦੀ ਤਰ੍ਹਾਂ। ਜੇ ਤੂਫਾਨ ਆਇਆ ਤੇ ਅਸੀਂ ਦੋ ਚਾਰ ਉਛਾਲੇ ਮਾਰ ਲਏ ਤੇ ਅਸੀਂ ਇਹ ਥੋੜੀ ਦਾਅਵਾ ਕਰਾਂਗੇ ਕਿ ਅਸੀਂ ਹੁਣ ਵੱਖਰੇ ਹਾਂ, ਸਾਡੀ ਹੋਂਦ ਵੱਖਰੀ ਹੈ। ਨਹੀਂ ਭਾਈ, ਲਹਿਰਾਂ ਸਮੁੰਦਰ ਤੋਂ ਹੀ ਬਣੀਆਂ ਨੇ। ਜਦੋਂ ਤੂਫਾਨ ਸ਼ਾਂਤ ਹੁੰਦਾ ਹੈ ਉਦੋਂ ਫਿਰ ਲਹਿਰਾਂ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ। ਤੇ ਜ਼ਿੰਦਗੀ ਵਿੱਚ ਜਦੋਂ ਇਹ ਤੂਫਾਨ ਆਉਂਦਾ ਨਾ ਵਿਕਾਰਾਂ ਦਾ, ਹੰਕਾਰ ਦਾ, ਉਦੋਂ ਫਿਰ ਮਨੁੱਖ ਅਸਲ ਦੇ ਵਿੱਚ ਉਹ ਲਹਿਰਾਂ ਦੇ ਵਾਂਗੂ ਛਾਲੇ ਮਾਰਦਾ ਤੇ ਫਿਰ ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਮੈਂ ਰੱਬ ਤੋਂ ਵੱਖਰਾ। ਪਰ ਭਗਤ ਜੀ ਕਹਿੰਦੇ ਨਹੀਂ, ਜਿੰਨਾ ਚਿਰ ਤੂਫਾਨ ਹੈ ਉਹਨਾਂ ਚਿਰ ਇਹ ਚੀਜ਼ ਮਹਿਸੂਸ ਹੁੰਦੀ ਕਿ ਮੇਰੀ ਹੋਂਦ ਵੱਖਰੀ ਹੈ। ਤੇ ਜਦੋਂ ਸ਼ਾਂਤੀ ਹੋ ਜਾਂਦੀ ਹੈ ਸਮੁੰਦਰ ਦੇ ਵਿੱਚ ਹੀ ਉਹ ਲਹਿਰਾਂ ਫਿਰ ਦਬ ਜਾਂਦੀਆਂ। ਇਹ ਜੀਵ ਇਸ ਗੱਲ ਨੂੰ ਸਮਝ। ਮਾਧਵੀ ਕਿਆ ਕਹੀਐ ਭ੍ਰਮ ਐਸਾ, ਰੱਬ ਜੀ ਬਹੁਤ ਭਰਮ ਭੁਲੇਖੇ ਵਿੱਚ ਪਏ ਹੋਏ ਆ ਸੰਸਾਰ ਦੇ ਜੀਵ। ਤੇ ਅਸਲ ਜਿਹੜਾ ਹੈ, ਕਹਿ ਲਓ ਕਿ ਭਰਮ ਦੀ ਡੈਫੀਨੇਸ਼ਨ, ਪਰਿਭਾਸ਼ਾ ਕੀ ਹੈ? ਇਹੋ ਹੀ ਹੈ ਨਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਅਸੀਂ ਮੰਨਦੇ ਹਾਂ ਉਹ ਜਿਹਾ ਹੁੰਦਾ ਨਹੀਂ। ਅਸਲ ਪਰਿਭਾਸ਼ਾ ਭਰਮ ਦੀ ਇਹੋ ਹੀ ਹੈ ਕਿ ਜੋ ਸਾਡੀਆਂ ਅੱਖਾਂ ਵੇਖ ਰਹੀਆਂ ਨੇ ਨਾ, ਉਹ ਹੈ ਨਹੀਂ। ਪਰ ਜਦੋਂ ਕਹਿ ਲਓ ਕਿ ਹੁਣ ਇੱਥੇ ਉਦਾਹਰਨਾਂ ਭਗਤ ਜੀ ਨੇ ਦਿੱਤੀਆਂ ਨੇ ਇਸੇ ਗੱਲ ਨੂੰ ਸਮਝਾਉਣ ਵਾਸਤੇ ਕਿ ਭਰਮ ਅਸਲ ਦੇ ਵਿੱਚ ਹੈ ਕਿ ਪਹਿਲੀ ਉਦਾਹਰਨ ਤੇ ਸਮੁੰਦਰ ਤੇ ਲਹਿਰਾਂ ਦੀ ਦੇ ਦਿੱਤੀ। ਇਹਨਾਂ ਨੂੰ ਵੀ ਭਰਮ ਸੀ, ਭੁਲੇਖਾ ਸੀ, ਪਰ ਇਹ ਵੀ ਦੂਰ ਹੋ ਗਿਆ। ਹੁਣ ਅਗਲੀ ਉਦਾਹਰਨ ਭਗਤ ਜੀ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਨਰਪਤ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਹੋਇਆ ਸੌਂ ਗਿਆ ਤੇ ਸੁੱਤਿਆ ਹੋਇਆ ਉਹਨੂੰ ਸੁਪਨਾ ਆਇਆ। ਸੁਪਨਾ ਕੀ ਆਇਆ ਕਿ ਮੈਂ ਸੁਪਨੇ ਵਿੱਚ ਭਿਖਾਰੀ ਬਣ ਗਿਆ। ਉਹ ਸੁਪਨੇ ਦੇ ਵਿੱਚ ਹੀ ਜਿਹੜਾ ਨਾ ਬੈਠਾ ਤੇ ਸਿੰਘਾਸਨ ਤੇ ਸੁੱਤਾ ਹੋਇਆ ਹੈ ਤੇ ਸੁੱਤਿਆਂ ਸੁੱਤਿਆਂ ਸੁਪਨੇ ਵਿੱਚ ਵੇਖ ਰਿਹਾ ਮੈਂ ਲੋਕਾਂ ਤੋਂ ਮੰਗ ਰਿਹਾ, ਦਰ ਦੀਆਂ ਠੋਕਰਾਂ ਖਾ ਰਿਹਾ, ਮੈਂ ਦੁਖੀ ਹੋ ਰਿਹਾ। ਇਹ ਕੀ ਹੈ? ਸੁਪਨਾ। ਅਸਲ ਕੀ ਹੈ? ਜਦੋਂ ਜਾਗਰਤ ਅਵਸਥਾ ਵਿੱਚ ਆਏਗਾ। ਪਰ ਉਹਦਾ ਹਾਲ ਜਿਹੜਾ ਸੁਪਨੇ ਵਿੱਚ ਐਸਾ ਬਣਿਆ ਹੋਇਆ ਹੈ ਕਿ ਉਹਦੇ ਵਰਗਾ ਦੁਖਿਆਰਾ ਕੋਈ ਹੈ ਹੀ ਨਹੀਂ, ਹਾਲਾਂਕਿ ਸਭ ਕੁਝ ਉਹਦੇ ਕੋਲ ਹੈ। ਇਹਨੂੰ ਭਰਮ ਕਹਿੰਦੇ, ਇਹਨੂੰ ਭੁਲੇਖਾ ਕਹਿੰਦੇ। ਤੇ ਕਈ ਵਾਰ ਬੇਨਤੀ ਕੀਤੀ ਹੈ, ਜਿੱਦਣ ਭਰਮ ਜ਼ਿੰਦਗੀ ਵਿੱਚ ਆਉਂਦਾ ਹੈ ਉਦੋਂ ਭੁਲੇਖੇ ਪੈਣੇ ਸ਼ੁਰੂ ਹੁੰਦੇ ਨੇ। ਭੁਲੇਖੇ ਜਦੋਂ ਆਉਂਦੇ ਨੇ ਉਦੋਂ ਫਿਰ ਭਟਕਣਾ ਸ਼ੁਰੂ ਹੋ ਜਾਂਦਾ। ਫਿਰ ਮਨੁੱਖ ਜਿਹੜਾ ਹੈ ਨਾ ਖੱਜਲ ਖੁਆਰ ਹੁੰਦਾ ਰਹਿੰਦਾ ਹੈ। ਹਰ ਬਿਸਰਤ ਸਦਾ ਖੁਆਰੀ, ਰੱਬ ਨੂੰ ਭੁਲਾਇਆ ਖੱਜਲ ਖੁਆਰੀ ਹੈ, ਭਟਕਣਾ ਹੈ। ਤੇ ਮਨੁੱਖ ਦਾ ਫਿਰ ਮਨ ਟਿਕਦਾ ਨਹੀਂ, ਕਿਤੇ ਇੱਕ ਜਗ੍ਹਾ ਤੇ ਨਹੀਂ ਟਿਕੇਗਾ, ਕਦੀ ਇੱਧਰ ਭਟਕੇਗਾ ਕਦੀ ਉੱਧਰ ਭਟਕੇਗਾ। ਉਹ ਵੀ ਭਰਮ ਆ ਗਿਆ ਅੰਦਰ। ਤੇ ਭਰਮ ਦਾ ਇਲਾਜ ਤੇ ਇੱਕੋ ਇੱਕ ਹੈ
ਕਿ ਜਿਵੇਂ ਘੁੱਪ ਹਨੇਰੇ ਦੇ ਵਿੱਚ ਦੀਵਾ ਜਗਾ ਦਿੱਤਾ ਜਾਵੇ ਤੇ ਉਸ ਦੀਵੇ ਦੀ ਰੌਸ਼ਨੀ ਦੇ ਨਾਲ ਉਹ ਹਨੇਰਾ ਜਦੋਂ ਦੂਰ ਹੋ ਜਾਏਗਾ, ਸਭ ਕੁਝ ਖਤਮ ਹੈ, ਸਭ ਕੁਝ ਖਤਮ ਹੋ ਜਾਏਗਾ। ਤੇ ਭਰਮ ਨੂੰ ਜ਼ਿੰਦਗੀ ਵਿੱਚੋਂ ਕੱਢਣ ਵਾਸਤੇ ਗਿਆਨ ਰੂਪੀ ਦੀਪਕ ਜਿਹੜਾ ਹੈ ਸਾਨੂੰ ਆਪਣੇ ਹਿਰਦੇ ਵਿੱਚ ਜਗਾਉਣਾ ਪਏਗਾ। ਤੇ ਇਸ ਲਈ ਭਗਤ ਜੀ ਕਹਿਣ ਲੱਗੇ, ਭਰਮ ਤੇ ਭਈ ਐਸਾ ਹੈ ਜਿੰਨਾ ਅਸੀਂ ਵੇਖ ਰਹੇ ਉਹਦਾ ਕੁਝ ਹੈ ਨਹੀਂ। ਹੁਣ ਇਹ ਰਾਜਾ ਹੈ, ਸੁੱਤਾ ਹੋਇਆ ਸੁਪਨਾ ਲੈ ਰਿਹਾ ਹੈ, ਸੁਪਨੇ ਦੇ ਵਿੱਚ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅਛਤ ਰਾਜ ਬਿਚਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਅਛਤ ਰਾਜ ਦਾ ਅਰਥ ਹੁੰਦਾ ਹੈ ਹੁੰਦਿਆਂ ਸੁਣਦਿਆਂ ਸਭ ਕੁਝ, ਸਭ ਕੁਝ ਹੁੰਦਿਆਂ ਸੁਣਦਿਆਂ ਫਿਰ ਵੀ ਜਿਹੜਾ ਹੈ ਸੁਪਨੇ ਦੇ ਵਿੱਚ ਇਹ ਵਿਚਾਰ ਰਿਹਾ, ਮੇਰੇ ਕੋਲ ਕੁਝ ਵੀ ਨਹੀਂ ਹੈਗਾ, ਇਹ ਲੋਕੋ ਮੈਨੂੰ ਦੇ ਦਿਓ ਕੁਝ, ਭੁੱਖਾ ਮਰ ਰਿਹਾ, ਦੁਖੀ ਹੋ ਰਿਹਾ। ਭਗਤ ਜੀ ਕਹਿਣ ਲੱਗੇ, ਐਸੀ ਜਿਹੜਾ ਹੈ ਕਹਿ ਲੋ ਕਿ ਹਾਲਤ ਜੀਵ ਦੀ ਬਣੀ ਹੋਈ ਹੈ, ਭਰਮ ਦੇ ਵਿੱਚ ਪਿਆ ਹੋਇਆ। ਅਛਤ ਰਾਜ ਬਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਐਸੀ ਗਤੀ, ਐਸੀ ਹਾਲਤ ਜਿਹੜੀ ਹੈ ਸਾਡੀ ਬਣੀ ਹੋਈ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ ਰਸੀ ਭੁਯੰਗ ਸੱਪ, ਹਨੇਰੇ ਵਿੱਚ ਪਈ ਹੋਈ ਰੱਸੀ ਵੀ ਜਿਹੜਾ ਹੈ ਉਹ ਸੱਪ ਸਾਨੂੰ ਜਾਪਦੀ ਹੈ, ਇਹਨੂੰ ਭਰਮ ਕਹਿੰਦੇ ਹੈ। ਪਰ ਜਦੋਂ ਉਸੇ ਜਗ੍ਹਾ ਨੂੰ ਅਸੀਂ ਜਿਹੜਾ ਹੈ ਰੋਸ਼ਨੀ ਨਾਲ ਵੇਖਾਂਗੇ, ਹੋ ਸਕਦਾ ਹੈ ਫਿਰ ਸਾਡਾ ਭੁਲੇਖਾ ਦੂਰ ਹੋ ਜਾਵੇ। ਭਗਤ ਜੀ ਕਹਿਣ ਲੱਗੇ, ਜ਼ਿੰਦਗੀ ਏਦਾਂ ਉਲਝੀ ਹੋਈ ਹੈ ਇਸ ਸੰਸਾਰ ਦੇ ਤਾਣੇ ਬਾਣੇ ਵਿੱਚ, ਮਨੁੱਖ ਭੁਲੇਖੇ ਵਿੱਚ ਜੀ ਰਿਹਾ ਹੈ। ਇੱਕ ਬੜਾ ਪਿਆਰਾ ਬਚਨ ਹੈ ਭਗਤ ਰਵਿਦਾਸ ਜੀ ਦਾ। ਭਗਤ ਜੀ ਕਹਿਣ ਲੱਗੇ, ਚੇਤੇ ਰੱਖ ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਕਿਉਂਕਿ ਭਰਮ ਹੈ ਨਾ, ਸਰੀਰ ਨੂੰ ਲੈ ਕੇ ਭੁਲੇਖੇ ਵਿੱਚ ਹੈ ਜੀਵ। ਪਰ ਭਗਤ ਜੀ ਕਹਿੰਦੇ ਇਸ ਸਰੀਰ ਦੀ ਸਚਾਈ ਇਹ ਹੈ ਕੁਛ ਨਹੀਂ ਇਹਦੇ ਅੰਦਰ। ਪਰਮਾਤਮਾ ਕਿਸ ਪ੍ਰਕਾਰ ਚਲਾ ਰਿਹਾ ਹੈ ਉਹ ਵੀ ਸਮਝ ਤੋਂ ਪਰੇ ਹੈ। ਪਰ ਜੀਵ ਰੂਪ ਪੰਛੀ ਜਿਹੜਾ ਨਾ, ਜੀਵਾਤਮਾ ਰੂਪ ਪੰਛੀ ਇਹਦੇ ਵਿੱਚ ਵਸ ਰਿਹਾ ਹੈ। ਤੇ ਜਿੱਦਣ ਇਸ ਨੇ ਉਡਾਰੀ ਮਾਰੀ ਤੇ ਉਦਣ ਇਹ ਸਰੀਰ ਕਹਿ ਲੋ ਕਿ ਫਿਰ ਮਿੱਟੀ ਦੀ ਢੇਰੀ ਹੋ ਜਾਏਗਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਜਿਸ ਨੂੰ ਮੇਰਾ ਸਮਝ ਰਹੇ ਤੇ ਭਰਮ ਹੈ ਇਹ, ਤੇ ਜਦੋਂ ਅਸਲ ਦੇ ਵਿੱਚ ਸਚਾਈ ਸਾਹਮਣੇ ਆਏਗੀ ਕਿ ਅਸਲ ਦੇ ਵਿੱਚ ਜਿਨ੍ਹਾਂ ਨੂੰ ਮੈਂ ਅੱਜ ਤੱਕ ਆਪਣਾ ਸਮਝਦਾ ਰਿਹਾ ਉਹ ਮੇਰੇ ਨਹੀਂ ਸਨ। ਇਸ ਕਰਕੇ ਭਗਤ ਰਵਿਦਾਸ ਜੀ ਕਹਿਣ ਲੱਗੇ, ਇਸ ਭੇਦ ਨੂੰ ਭਾਈ ਜਾਣ, ਹਨੇਰੇ ਵਿੱਚ ਪਈ ਹੋਈ ਰੱਸੀ ਉਹ ਸੱਪ ਨਹੀਂ, ਰੋਸ਼ਨੀ ਨਾਲ ਉਹਨੂੰ ਵੇਖ। ਜਿੰਨਾ ਚਿਰ ਹਨੇਰੇ ਵਿੱਚ ਰਹੇਗਾ ਤੇ ਭਰਮ ਦੇ ਵਿੱਚ ਪਿਆ ਹੀ ਰਹੇਗਾ। ਅਨਕ ਕਟਕ ਜੈਸੇ ਫੂਲ ਪਰੇ, ਅਬ ਕਹਿਤੇ ਕਹਿਨ ਨ ਆਇਆ। ਸੋਨੇ ਦੇ ਭਾਵੇਂ ਤੁਸੀਂ ਹਜ਼ਾਰਾਂ ਕਹਿ ਲਓ ਗਹਿਣੇ ਬਣਾ ਲਓ, ਹਜ਼ਾਰਾਂ ਰੂਪ ਸੋਨੇ ਨੂੰ ਦੇ ਦਿਓ, ਇੱਕ ਪਾਸੇ ਡਲੀ ਰੱਖ ਲਓ ਸੋਨੇ ਦੀ, ਦੂਜੇ ਪਾਸੇ ਜਿਹੜਾ ਹੈ ਅਨੇਕ ਪ੍ਰਕਾਰ ਦਾ ਉਹਨੂੰ ਕਹਿ ਲਓ ਕਿ ਰੂਪ ਦੇ ਦਿਓ, ਕਿਸੇ ਵੀ ਸ਼ੇਪ ਦੇ ਵਿੱਚ ਉਹਨੂੰ ਬਣਾ ਦਿਓ, ਪਰ ਰਹੇਗਾ ਤੇ ਉਹ ਸੋਨਾ ਹੀ ਨਹੀਂ। ਜੇ ਆਪਾਂ ਕਹੀਏ ਨਹੀਂ ਜੀ ਇਹ ਵੱਖਰਾ ਹੈ, ਇਹ ਵੱਖਰਾ ਹੈ। ਭਗਤ ਜੀ ਕਹਿਣ ਲੱਗੇ, ਸੰਪੂਰਨ ਗਹਿਣਿਆਂ ਨੂੰ ਪਿਘਲਾ ਕੇ ਗਲਾ ਕੇ ਇੱਕ ਡਲੀ ਦਾ ਹੀ ਰੂਪ ਜਿਹੜਾ ਦੇ ਦਿੱਤਾ ਜਾਂਦਾ ਹੈ, ਪਰ ਰਹਿੰਦਾ ਫਿਰ ਵੀ ਉਹ ਸੋਨਾ ਹੀ ਹੈ। ਤੇ ਕਿਉਂ ਭਰਮ? ਸੰਸਾਰ ਦੇ ਅੰਦਰ ਜੀਵ ਇਸ ਪ੍ਰਕਾਰ ਦਾ ਭਰਮ ਕਰ ਰਿਹਾ ਹੈ।
ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਉਗਵੈ ਸੋਈ। ਸਾਰਿਆਂ ਦੇ ਵਿੱਚ ਇੱਕੋ ਹੀ ਪਰਮਾਤਮਾ ਵਸਦਾ ਹੈ, ਸਾਰਿਆਂ ਦੇ ਵਿੱਚ। ਅਨੇਕਾਂ ਵਿੱਚ ਇੱਕ ਅਕਾਲ ਪੁਰਖ ਵਸ ਰਿਹਾ ਹੈ ਤੇ ਸਾਰੇ ਹਿਰਦਿਆਂ ਵਿੱਚ ਬੈਠ ਕੇ ਉਹ ਪਰਮਾਤਮਾ ਭੋਗ ਰਿਹਾ ਹੈ, ਵੇਖ ਵੀ ਰਿਹਾ ਹੈ, ਸਭ ਕੁਝ ਜਾਣਦਾ ਵੀ ਹੈ। ਤੇ ਫਿਰ ਹੇ ਜੀਵ, ਤੂੰ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਕਿਉਂ ਨਹੀਂ ਪਛਾਣ ਰਿਹਾ? ਬਸ ਇਹੀ ਕਾਰਨ ਹੈ ਨਾ ਕਿ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ ਉਸ ਅਕਾਲ ਪੁਰਖ ਨੂੰ ਹਿਰਦੇ ਵਿੱਚ ਬੈਠਾ ਹੋਇਆ ਵੇਖਦਾ ਹੀ ਨਹੀਂ ਕਦੇ। ਅਖੀਰ ਵਿੱਚ ਭਗਤ ਜੀ ਕਹਿੰਦੇ, ਕਹਿ ਰਵਿਦਾਸ ਹਾਥ ਪੈਨੇ ਰਹਿ, ਸਹਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿਣ ਲੱਗੇ, ਪਰਮਾਤਮਾ ਤੇ ਹੱਥ ਤੋਂ ਵੀ ਨੇੜੇ ਹੈ ਭਾਈ। ਹੱਥ ਤੋਂ ਨੇੜੇ ਦਾ ਭਾਵ ਇਹ ਹੈ, ਜਿੱਥੇ ਵੀ ਸਰੀਰ ਵਿੱਚ ਕੋਈ ਚੋਟ ਜਾਂ ਹਰਕਤ ਹੁੰਦੀ ਹੈ ਨਾ, ਸਾਡਾ ਹੱਥ ਉੱਥੇ ਸਭ ਤੋਂ ਪਹਿਲਾਂ ਜਾਂਦਾ ਹੈ। ਬਿਨਾਂ ਕੁਛ ਕਹਿ ਲੋ ਕਿ ਅਸੀਂ ਕੋਈ ਉਹਨੂੰ ਇਸ਼ਾਰਾ ਨਹੀਂ ਕਰਦੇ, ਪਰ ਇੱਕ ਕਹਿ ਲੋ ਕਿ ਆਕਰਸ਼ਣ ਉਹਦੇ ਵੱਲੇ ਐਸਾ ਹੁੰਦਾ ਹੈ, ਹੱਥ ਉਸੇ ਵੇਲੇ ਉੱਥੇ ਪਹੁੰਚ ਜਾਂਦਾ ਹੈ। ਭਗਤ ਜੀ ਕਹਿਣ ਲੱਗੇ, ਪਰਮਾਤਮਾ ਹੱਥ ਤੋਂ ਵੀ ਨੇੜੇ ਹੈ, ਭਾਵ ਹਮੇਸ਼ਾ ਕੋਲ ਹੈ, ਹਿਰਦੇ ਵਿੱਚ ਬੈਠਾ ਹੋਇਆ ਹੈ। ਸਹਿਜੇ ਹੋਏ ਸੋ ਹੋਈ, ਆਪਣੇ ਅੰਦਰ ਸਹਿਜਤਾ ਲੈ ਕੇ ਆ, ਅਡੋਲਤਾ ਲੈ ਕੇ ਆ, ਤੇ ਪਰਮਾਤਮਾ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹਿਰਦੇ ਵਿੱਚ ਵਸਦਾ ਹੋਇਆ ਮਹਿਸੂਸ ਹੋਏਗਾ, ਪ੍ਰਤੱਖ ਵੇਖ ਵੀ ਸਕਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਹਿਰਦੇ ਵਿੱਚ ਜਦੋਂ ਪ੍ਰਕਾਸ਼ ਹੋਏਗਾ, ਇਹ ਭਰਮ ਭੁਲੇਖੇ ਦੂਰ ਹੋ ਜਾਣਗੇ, ਫਿਰ ਬਸ ਜ਼ੁਬਾਨ ਤੇ ਤੂੰ ਹੀ ਤੂੰ ਆਏਗਾ। ਜੋ ਮੈਂ ਬਚਨ ਪਹਿਲਾਂ ਮੰਗਲਾਚਰਨ ਰੂਪ ਵਿੱਚ ਪੜ੍ਹਿਆ ਸੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਦ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ